दोस्तों हाजिर हाँ फिर ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ। ਮੇਰੀ ਭੂਆ ਬਹੁਤ ਅਮੀਰ ਸੀ। ਉਹ ਬਹੁਤ ਸਾਰੇ ਤੀਰਥਾਂ ਤੇ ਗਏ ਸਨ ਤੇ ਹਰ ਮਹੀਨੇ ਆਪਣੇ ਪੈਸਿਆਂ ਨਾਲ ਮੁਹੱਲੇ ਦੀ ਇੱਕ ਔਰਤ ਨੂੰ ਜ਼ਰੂਰ ਤੀਰਥ ਯਾਤਰਾ ਤੇ ਭੇਜਦੀ ਸੀ। ਪੂਰਾ ਮੁਹੱਲਾ ਮੇਰੀ ਭੂਆ ਲਈ ਢੇਰਾਂ ਦੁਆਵਾਂ ਕਰਦਾ ਸੀ। ਮੁਹੱਲੇ ਦੇ ਹਰ ਘਰ 'ਚ ਮੇਰੀ ਭੂਆ ਦੇ ਹੀ ਚਰਚੇ ਹੁੰਦੇ ਸਨ। ਹਰ ਕੋਈ ਸਲਾਹੁਤਾ ਕਰਦਾ। ਇਸੇ ਕਰਕੇ ਮੈਨੂੰ ਵੀ ਆਪਣੇ ਭੂਆ ਨਾਲ ਬਹੁਤ ਪਿਆਰ ਸੀ। ਮੇਰੀ ਭੂਆ ਮੇਰੀ ਮਾਂ ਤੇ ਪਿਤਾ ਜੀ ਨੂੰ ਵੀ ਤੀਰਥ ਯਾਤਰਾ ਤੇ ਭੇਜਣਾ ਚਾਹੁੰਦੇ ਸਨ, ਪਰ ਮੇਰੇ ਪਿਤਾ ਜੀ ਨੇ ਮਨਾ ਕਰ ਦਿੱਤਾ ਸੀ। ਸਗੋਂ ਉਹ ਤਾਂ ਆਪਣੀ ਭੈਣ ਨਾਲ ਬਹੁਤ ਨਫ਼ਰਤ ਕਰਦੇ ਸਨ। ਪਿਤਾ ਜੀ ਤਾਂ ਕੀ, ਸਾਡਾ ਤਾਂ ਸਾਰਾ ਖਾਨਦਾਨ ਹੀ ਮੇਰੀ ਭੂਆ ਨਾਲ ਬਹੁਤ ਨਫ਼ਰਤ ਕਰਦਾ ਸੀ। ਮੇਰੀ ਭੂਆ ਦਾ ਨਾਂ ਪਾਰੋ ਸੀ। ਉਹ ਹਰ ਸਮੇਂ ਵੱਡੇ ਸਾਰੇ ਘੁਣ 'ਚ ਰਹਿੰਦੇ ਸਨ। ਭੂਆ ਜੇਕਰ ਖਾਨਦਾਨ ਦੇ ਕਿਸੇ ਪ੍ਰੋਗਰਾਮ 'ਚ ਚਲੇ ਜਾਂਦੇ ਤਾਂ ਸਾਰੇ ਹੀ ਉਹਨਾਂ ਬਾਰੇ ਪਤਾ ਨਹੀਂ ਕੀ ਕੀ ਗੱਲਾਂ ਕਰਦੇ। ਹਰ ਪ੍ਰੋਗਰਾਮ 'ਚ ਉਹਨਾਂ ਖਿਲਾਫ ਗੱਲਾਂ ਹੁੰਦੀਆਂ ਸਨ। ਕੋਈ ਵੀ ਦਿਲੋਂ ਉਹਨਾਂ ਦੀ ਇੱਜ਼ਤ ਨਹੀਂ ਕਰਦਾ ਸੀ। ਜੇਕਰ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਹ ਸਭ ਤੋਂ ਪਹਿਲਾਂ ਉੱਥੇ ਹੁੰਦੀ ਸੀ। ਇਸ ਲਈ ਮੈਨੂੰ ਮੇਰੀ ਭੂਆ ਬਹੁਤ ਚੰਗੀ ਲੱਗਦੀ ਸੀ। ਉਹ ਹਮੇਸ਼ਾ ਮੈਨੂੰ ਚੰਗੀਆਂ ਚੰਗੀਆਂ ਗੱਲਾਂ ਸੁਣਾਇਆ ਕਰਦੀ ਸੀ। ਉਹਨਾਂ ਦੀ ਇੱਕ ਧੀ ਜੋ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ, ਉਸ ਨਾਲ ਮੇਰੀ ਕਾਫੀ ਦੋਸਤੀ ਵੀ ਸੀ। ਇਸ ਲਈ ਮੈਨੂੰ ਤਾਂ ਉਹਨਾਂ ਦਾ ਘਰ ਬਹੁਤ ਚੰਗਾ ਲੱਗਦਾ ਸੀ। ਜਦੋਂ ਮੈਂ BA 'ਚ ਟੌਪ ਕਰਨ ਬਾਰੇ ਦੱਸਿਆ ਤਾਂ ਮੇਰੀ ਮਾਂ ਪੂਰੇ ਖਾਨਦਾਨ 'ਚ ਵੰਡਣ ਲਈ ਮਠਿਆਈ ਦੇ ਡੱਬੇ ਤਿਆਰ ਕਰ ਰਹੀ ਸੀ ਤੇ ਮੇਰੇ ਪਿਤਾ ਜੀ ਉਹਨਾਂ ਤੇ ਨਾਂ ਲਿਖ ਰਹੇ ਸਨ, ਪਰ ਉਹ ਮੇਰੀ ਭੂਆ ਦਾ ਨਾਂ ਲਿਖਣਾ ਹੀ ਭੁੱਲ ਗਏ। ਮੈਂ ਕਿਹਾ ਕਿ ਭੂਆ ਜੀ ਘਰ ਮਿਠਾਈ ਨਹੀਂ ਭੇਜਾਂਗੇ, ਉਹ ਵੀ ਤਾਂ ਉਸੇ ਮੁਹੱਲੇ 'ਚ ਰਹਿੰਦੀ ਹੈ। ਉਹਨਾਂ ਦੇ ਘਰ ਵੀ ਸਾਨੂੰ ਕੁਝ ਮਿਠਾਈ ਲੈ ਕੇ ਜਾਣੀ ਚਾਹੀਦੀ ਹੈ। ਮਾਂ ਨੇ ਕਿਹਾ ਕਿ ਉਸ ਦਾ ਤਾਂ ਮੈਂ ਭੁੱਲ ਹੀ ਗਈ ਸੀ, ਚਲੋ ਲਿਖ ਦਿੰਦੀ ਹਾਂ। ਹੁਣ ਜਦੋਂ ਸਾਰਿਆਂ ਨੂੰ ਹੀ ਮਿਠਾਈਆਂ ਭੇਜ ਰਹੇ ਹਾਂ ਤਾਂ ਫਿਰ ਉਸ ਨੂੰ ਵੀ ਭੇਜ ਦਿੰਦੀ ਹਾਂ। ਮੇਰੀ ਮਾਂ ਦੇ ਸ਼ਬਦਾਂ 'ਚ ਬਹੁਤ ਹੀ ਬੇਰੁਖੀ ਸੀ ਤੇ ਮੇਰੇ ਪਿਤਾ ਜੀ ਵੀ ਕੁਝ ਖਾਸ ਖੁਸ਼ ਨਜ਼ਰ ਨਹੀਂ ਆ ਰਹੇ ਸਨ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਇਹ ਲੋਕ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕਰਦੇ ਹਨ। ਮੈਂ ਇੱਕ ਡੱਬਾ ਉਠਾਇਆ ਤੇ ਕਿਹਾ ਕਿ ਮੈਂ ਖੁਦ ਭੂਆ ਨੂੰ ਦੇ ਕੇ ਆਉਂਦੀ ਹਾਂ। ਉਹਨਾਂ ਕਿਹਾ ਕਿ ਤੈਨੂੰ ਜਾਣ ਦੀ ਕੋਈ ਲੋੜ ਨਹੀਂ। ਮੈਂ ਕਿਹਾ ਨਾ, ਮੈਂ ਖੁਦ ਜਾਵਾਂਗੀ। ਜਦੋਂ ਮੈਂ ਭੂਆ ਦੇ ਘਰ ਗਈ ਤਾਂ ਉਹਨਾਂ ਹਮੇਸ਼ਾ ਵਾਂਗ ਪਿਆਰ ਨਾਲ ਬੁਲਾਉਂਦਿਆਂ ਕਿਹਾ, ਆ ਗਈ ਮੇਰੀ ਲਾਡੋ। ਪਰ ਇਹ ਕੀ ਬੇਟਾ, ਇੰਨਾ ਛੋਟਾ ਜਿਹਾ ਦੁਪੱਟਾ ਕਰਕੇ ਆਈ ਹੈ। ਮੈਂ ਕਿਹਾ ਕਿ ਮੈਂ ਛੇਤੀ ਛੇਤੀ 'ਚ ਬਸ ਆ ਗਈ ਸੀ। ਉਹਨਾਂ ਮੈਨੂੰ ਸਮਝਾਇਆ ਕਿ ਨਹੀਂ ਬੇਟਾ, ਤੂੰ ਕੋਈ ਮੇਰੀ ਧੀ ਦੀ ਲੰਬੀ ਜਿਹੀ ਚੁੰਨੀ ਲੈ, ਤੂੰ ਜਵਾਨ ਹੋ ਗਈ ਹੈ। ਬੇਸ਼ੱਕ ਇੱਕ ਗਲੀ ਤੋਂ ਦੂਜੀ ਗਲੀ 'ਚ ਹੀ ਕਿਉਂ ਨਾ ਜਾਣਾ ਹੋਵੇ, ਚੰਗੀ ਤਰ੍ਹਾਂ ਚੁੰਨੀ ਲੈ ਕੇ ਆਇਆ ਕਰੋ। ਇਸ ਤਰ੍ਹਾਂ ਫਿਰਨਾ ਚੰਗਾ ਨਹੀਂ ਹੁੰਦਾ। ਮੈਨੂੰ ਉਹਨਾਂ ਦਾ ਇਹ ਗੱਲ ਸਮਝਾਉਣਾ ਬਹੁਤ ਚੰਗਾ ਲੱਗਿਆ ਸੀ। ਮੈਂ ਉਹਨਾਂ ਨੂੰ ਦੱਸਣ ਲੱਗੀ ਕਿ ਮੈਂ ਕਿੰਨੇ ਚੰਗੇ ਨੰਬਰਾਂ ਨਾਲ ਪਾਸ ਹੋਈ ਹਾਂ। ਐਨੇ ਨੂੰ ਮੇਰੇ ਪਿਤਾ ਜੀ ਦਾ ਫੋਨ ਆ ਗਿਆ। ਮੇਰੀ ਭੂਆ ਨੇ ਕਿਹਾ ਕਿ ਲਾਡੋ ਮੇਰੇ ਸਾਹਮਣੇ ਬੈਠੀ ਹੈ। ਪਿਤਾ ਜੀ ਦੀ ਆਵਾਜ਼ ਫੋਨ ਤੋਂ ਬਾਹਰ ਆ ਰਹੀ ਸੀ। ਉਹ ਬਸ ਇੱਕ ਹੀ ਗੱਲ ਆਖ ਰਹੇ ਸਨ ਕਿ ਉਸ ਨੂੰ ਵਾਪਸ ਭੇਜ ਦਿਓ, ਸਾਨੂੰ ਕੋਈ ਕੰਮ ਹੈ। ਮੈਂ ਕਿਹਾ ਕਿ ਮੈਂ ਅਜੇ ਨਹੀਂ ਆਵਾਂਗੀ। ਮੈਂ ਭੂਆ ਨੂੰ ਇਸ਼ਾਰੇ ਨਾਲ ਕਿਹਾ ਸੀ। ਭੂਆ ਨੇ ਕਿਹਾ ਕਿ ਉਸ ਨੂੰ ਚਾਹ ਪੀਣ ਦਿਓ, ਫਿਰ ਭੇਜ ਦਿਆਂਗੀ। ਪਰ ਮੇਰੇ ਪਿਤਾ ਵਾਰ-ਵਾਰ ਆਖ ਰਹੇ ਸਨ ਕਿ ਨਹੀਂ, ਉਸ ਨੂੰ ਛੇਤੀ ਘਰੇ ਭੇਜ ਦਿਓ। ਮੈਂ ਤਾਂ ਹੈਰਾਨ ਸੀ ਕਿ ਮੇਰੇ ਪਿਤਾ ਜੀ ਮੈਨੂੰ ਭੂਆ ਦੇ ਘਰ 5 ਮਿੰਟ ਵੀ ਨਹੀਂ ਰੁਕਣ ਦਿੰਦੇ ਸਨ। ਖੈਰ, ਮੇਰੀ ਭੂਆ ਨੇ ਚਾਹ ਬਣਾ ਲਈ ਤੇ ਮੈਨੂੰ ਪਾਸ ਹੋਣ ਦੀ ਖੁਸ਼ੀ 'ਚ 6000 ਰੁਪਏ ਦਿੱਤੇ। ਜਦੋਂ ਮੈਂ ਵਾਪਿਸ ਆਈ ਤਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਮੈਂ ਪੈਸਿਆਂ ਦਾ ਦੱਸਿਆ ਤਾਂ ਮਾਂ ਨੇ ਮੇਰੇ ਹੱਥੋਂ ਉਹ ਪੈਸੇ ਖੋਹ ਲਏ ਤੇ ਕਿਹਾ ਕਿ ਕੋਈ ਲੋੜ ਨਹੀਂ ਹੈ ਇਹਨਾਂ ਪੈਸਿਆਂ ਨਾਲ ਘਰੇ ਕੋਈ ਚੀਜ਼ ਲਿਆਉਣ ਦੀ। ਉਹਨਾਂ ਨੇ ਉਹ ਪੈਸੇ ਉੱਥੇ ਖੜੇ ਖੜੇ ਨੌਕਰਾਨੀ ਨੂੰ ਦੇ ਦਿੱਤੇ। ਮੈਨੂੰ ਪੂਰੇ ਖਾਨਦਾਨ 'ਚੋਂ ਕਿਸੇ ਨੇ ਵੀ ਇੰਨੇ ਪੈਸੇ ਨਹੀਂ ਦਿੱਤੇ ਸਨ ਤੇ ਤੁਸੀਂ ਮੇਰੇ ਪੈਸੇ ਨੌਕਰਾਨੀ ਨੂੰ ਦੇ ਦਿੱਤੇ। ਮੈਂ ਇੰਨਾ ਕਿਹਾ ਤਾਂ ਮੇਰੇ ਪਿਤਾ ਜੀ ਨੇ ਮੇਰੀ ਹਥੇਲੀ ਤੇ 3000 ਰੁਪਏ ਰੱਖ ਦਿੱਤੇ ਤੇ ਕਿਹਾ ਕਿ ਇਹਨਾਂ ਨਾਲ ਸ਼ਾਪਿੰਗ ਕਰ ਲੈਣਾ। ਹੁਣ ਕਿੱਥੇ 6000 ਤੇ ਕਿੱਥੇ 3000। ਮੈਂ ਤਾਂ ਬਹੁਤ ਜ਼ਿਆਦਾ ਉਦਾਸ ਹੋ ਗਈ ਸੀ। ਮੈਨੂੰ ਉਹਨਾਂ ਨੂੰ ਦੱਸਣਾ ਹੀ ਨਹੀਂ ਚਾਹੀਦਾ ਸੀ,
ਪਰ ਮੈਂ ਇਸ ਲਈ ਦੱਸਿਆ ਸੀ ਕਿ ਉਹਨਾਂ ਦੇ ਦਿਲ 'ਚ ਭੂਆ ਲਈ ਥੋੜੀ ਜਿਹੀ ਇੱਜ਼ਤ ਬਣ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਮੇਰੀ ਮਾਂ ਵੀ ਉੱਥੋਂ ਚਲੀ ਗਈ ਤੇ ਪਿਤਾ ਜੀ ਕੰਮ ਤੇ ਚਲੇ ਗਏ। ਮੇਰੇ ਪਿਤਾ ਨੇ ਕਿਹਾ ਕਿ ਉਸਨੂੰ ਵਾਰ-ਵਾਰ ਸੁਨੀਤਾ ਦੇ ਘਰ ਨਾ ਜਾਣ ਦਿਆ ਕਰੋ। ਮੈਂ ਮਾਂ ਤੋਂ ਪੁੱਛਿਆ ਕਿ ਕੀ ਗੱਲ ਹੋਈ ਹੈ, ਤੁਸੀਂ ਅਜਿਹਾ ਕਿਉਂ ਕਰਦੇ ਹੋ? ਮੇਰੀ ਮਾਂ ਨੇ ਕਿਹਾ ਕਿ ਤੂੰ ਖੁਦ ਨਹੀਂ ਸੋਚ ਸਕਦੀ ਕਿ ਉਹ ਇੰਨੇ ਸਾਰੇ ਪੈਸੇ ਕਿੱਥੋਂ ਲਿਆਂਦੀ ਹੈ। ਮੈਂ ਕਿਹਾ ਕਿ ਇਸ ਵਿੱਚ ਸੋਚਣ ਦੀ ਕੀ ਗੱਲ ਹੈ, ਉਹ ਸਰਕਾਰੀ ਸਕੂਲ 'ਚ ਟੀਚਰ ਸੀ, ਉਹਨਾਂ ਦੀ ਪੈਨਸ਼ਨ ਆਉਂਦੀ ਹੈ ਤੇ ਫਿਰ ਉਹਨਾਂ ਦੀ ਮਾਰਕੀਟ 'ਚ ਆਪਣੀਆਂ ਦੁਕਾਨਾਂ ਵੀ ਹਨ ਜਿਨ੍ਹਾਂ ਦਾ ਚੰਗਾ ਕਿਰਾਇਆ ਆਉਂਦਾ ਹੈ ਤੇ ਉਹ ਵੀ ਤਾਂ ਭੂਆ ਕੋਲ ਹੀ ਆਉਂਦਾ ਹੈ। ਜੇਕਰ ਉਹਨਾਂ ਨੇ ਮੈਨੂੰ 6000 ਰੁਪਏ ਦੇ ਦਿੱਤੇ ਤਾਂ ਤੁਸੀਂ ਉਸ ਦਾ ਕੀ ਮਤਲਬ ਕੱਢ ਰਹੇ ਹੋ? ਮੇਰੀ ਮਾਂ ਦਾ ਕਹਿਣਾ ਸੀ ਕਿ ਜ਼ਿਆਦਾ ਸਵਾਲ ਜਵਾਬ ਕਰਨ ਦੀ ਲੋੜ ਨਹੀਂ ਹੈ ਤੇ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕਰਨ। ਘਰੇ ਆਰਾਮ ਨਾਲ ਬੈਠੋ। ਅਗਲੇ ਦਿਨ ਮਾਂ ਘਰੇ ਨਹੀਂ ਸੀ, ਬਾਜ਼ਾਰ ਗਈ ਹੋਈ ਸੀ। ਤਦ ਘਰ ਭੂਆ ਆਈ ਤੇ ਮੈਨੂੰ ਇੱਕ ਲਿਫਾਫਾ ਫੜਾ ਦਿੱਤਾ। ਉਹਨਾਂ ਕਿਹਾ ਕਿ ਮੈਂ ਮੁਹੱਲੇ ਦੀ ਇੱਕ ਔਰਤ ਨੂੰ ਤੀਰਥ ਯਾਤਰਾ ਪੂਰੀ ਕਰਨ ਲਈ ਭੇਜਿਆ ਸੀ ਤੇ ਉੱਥੇ ਤੇਰੇ ਲਈ ਇਹ ਮਾਤਾ ਦੀ ਚੁੰਨੀ ਅਤੇ ਪ੍ਰਸਾਦ ਲੈ ਕੇ ਆਈ ਹਾਂ। ਮੈਂ ਤਾਂ ਬਹੁਤ ਖੁਸ਼ ਹੋਈ। ਹੁਣ ਤਾਂ ਮੈਂ ਪਹਿਲਾਂ ਹੀ ਸੋਚ ਲਿਆ ਕਿ ਮੈਂ ਇਹ ਚੀਜ਼ਾਂ ਮਾਂ ਨੂੰ ਨਹੀਂ ਦਿਖਾਵਾਂਗੀ। ਮੈਂ ਉਹ ਚੀਜ਼ ਲੁਕਾ ਦਿੱਤੀ। ਭੂਆ ਬੈਠੀ ਹੀ ਸੀ ਕਿ ਮੇਰੀ ਮਾਂ ਆ ਗਈ। ਉਹਨਾਂ ਨੇ ਚੰਗੀ ਤਰ੍ਹਾਂ ਨਾਲ ਉਹਨਾਂ ਨੂੰ ਨਮਸਕਾਰ ਵੀ ਨਹੀਂ ਕੀਤੀ ਤੇ ਪੁੱਛਿਆ ਕਿ ਕਿਵੇਂ ਆਉਣਾ ਹੋਇਆ। ਤਾਂ ਮੈਂ ਭੂਆ ਨੂੰ ਇਸ਼ਾਰਾ ਕੀਤਾ ਕਿ ਕੁਝ ਨਾ ਦੱਸਣਾ। ਤਾਂ ਮੇਰੀ ਭੂਆ ਨੇ ਕਿਹਾ ਕਿ ਬਸ ਉਂਝ ਹੀ ਮਿਲਣ ਆਈ ਸੀ। ਰਾਤ ਹੁੰਦੇ ਹੀ ਮਾਂ ਨੇ ਫਿਰ ਤੋਂ ਅਦਾਲਤ ਲਗਾ ਲਈ। ਮੇਰੇ ਤੋਂ ਪੁੱਛਿਆ ਕਿ ਉਹ ਕਿਉਂ ਆਈ ਸੀ। ਮੇਰੇ ਪਿਤਾ ਜੀ ਨੇ ਵੀ ਮੈਨੂੰ ਝਿੜਕਣਾ ਸ਼ੁਰੂ ਕਰ ਦਿੱਤਾ। ਆਖਰ ਮੈਂ ਉਹਨਾਂ ਨੂੰ ਉਹ ਚੀਜ਼ ਦਿਖਾ ਦਿੱਤੀ ਜੋ ਭੂਆ ਮੈਨੂੰ ਦੇ ਕੇ ਗਈ ਸੀ ਤੇ ਕਿਹਾ ਕਿ ਮੈਨੂੰ ਲੱਗਿਆ ਕਿ ਤੁਸੀਂ ਇਹ ਚੀਜ਼ ਵੀ ਕਿਸੇ ਨੂੰ ਦੇ ਦਿਓਗੇ। ਮੇਰੀ ਮਾਂ ਪਿਤਾ ਜੀ ਨੂੰ ਆਖਣ ਲੱਗੀ ਕਿ ਦੇਖਿਆ, ਤੁਹਾਡੀ ਭੈਣ ਕਰਕੇ ਹੁਣ ਇਹ ਸਾਨੂੰ ਝੂਠ ਬੋਲਣ ਲੱਗੀ ਹੈ। ਕੱਲ ਧੋਖਾ ਦੇਵੇਗੀ ਤੇ ਪਰਸੋਂ ਭੱਜ ਜਾਵੇਗੀ। ਅਚਾਨਕ ਮੇਰੀ ਮਾਂ ਦੀ ਜ਼ੁਬਾਨ ਰੁਕ ਗਈ ਸੀ। ਉਹ ਇਹੀ ਕਹਿਣਾ ਚਾਹੁੰਦੀ ਸੀ ਕਿ ਘਰੋਂ ਭੱਜ ਜਾਵਾਂਗੀ। ਅਜਿਹੀ ਵੀ ਕੀ ਗੱਲ ਸੀ? ਮੇਰੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਇਹ ਚੀਜ਼ ਤਾਂ ਤੂੰ ਰੱਖ ਲੈ, ਪਰ ਜੇਕਰ ਅੱਜ ਤੋਂ ਬਾਅਦ ਇਸ ਤਰ੍ਹਾਂ ਝੂਠ ਬੋਲਿਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਭੂਆ ਦੀ ਬੇਟੀ ਦੀ ਮੰਗਣੀ ਤੈਅ ਹੋ ਗਈ ਸੀ ਤੇ ਮੰਗਣੀ ਵਾਲੇ ਦਿਨ ਅਸੀਂ ਉੱਥੇ ਗਏ ਸੀ। ਮੈਂ ਰਾਤ ਨੂੰ ਭੂਆ ਦੇ ਘਰ ਰੁਕਣਾ ਚਾਹੁੰਦੀ ਸੀ, ਇਸ ਲਈ ਜਦੋਂ ਮੈਂ ਮਾਂ ਨੂੰ ਪੁੱਛਿਆ ਤਾਂ ਉਹਨਾਂ ਮਨਾ ਕਰ ਦਿੱਤਾ। ਪਿਤਾ ਜੀ ਨੇ ਕਿਹਾ ਕਿ ਕੋਈ ਲੋੜ ਨਹੀਂ ਹੈ। ਮੈਂ ਕਿਹਾ ਕਿ 2-3 ਘੰਟੇ ਬਾਅਦ ਆ ਜਾਵਾਂਗੀ, ਪਰ ਮੇਰੇ ਪਿਤਾ ਨੇ ਮੇਰੀ ਗੱਲ ਨਹੀਂ ਮੰਨੀ। ਉਹਨਾਂ ਕਿਹਾ ਕਿ ਕੋਈ ਲੋੜ ਨਹੀਂ ਹੈ, ਜਿੰਨਾ ਤੈਨੂੰ ਕਿਹਾ ਜਾਂਦਾ ਹੈ ਓਨਾ ਹੀ ਕਰਿਆ ਕਰੋ। ਮੈਂ ਤਾਂ ਉਹਨਾਂ ਦੀ ਨਫ਼ਰਤ ਤੋਂ ਤੰਗ ਆ ਗਈ ਸੀ। 2-4 ਮਹੀਨੇ ਇਸੇ ਤਰ੍ਹਾਂ ਬੀਤ ਗਏ ਤਾਂ ਇੱਕ ਦਿਨ ਭੂਆ ਫਿਰ ਤੋਂ ਸਾਡੇ ਘਰ ਆਈ। ਉਹ ਮੇਰੇ ਲਈ ਇੱਕ ਸੂਟ ਲੈ ਕੇ ਆਈ ਸੀ। ਮੇਰੀ ਮਾਂ ਨੇ ਕਿਹਾ ਕਿ ਇਹ ਕਿਸ ਖੁਸ਼ੀ 'ਚ ਦੇ ਰਹੇ ਹੋ? ਤਾਂ ਉਹਨਾਂ ਕਿਹਾ ਮੈਂ ਬਾਜ਼ਾਰ ਗਈ ਸੀ, ਆਪਣੀ ਬੇਟੀ ਲਈ ਜੋੜਾ ਲਿਆ ਤਾਂ ਸੋਚਿਆ ਪਾਰੋ ਲਈ ਵੀ ਕੁਝ ਲੈ ਲਵਾਂ। ਮੇਰੀ ਮਾਂ ਨੇ ਕਿਹਾ ਕਿ ਮੇਰੀ ਬੇਟੇ ਤੇ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ। ਮੇਰੀ ਭੂਆ ਦਾ ਕਹਿਣਾ ਸੀ ਕਿ ਬੇਟੀਆਂ ਲਈ ਤਾਂ ਇਨਸਾਨ ਨੂੰ ਆਪਣੇ ਆਪ ਨੂੰ ਵੀ ਵੇਚ ਕੇ ਕੁਝ ਲੈਣਾ ਪਵੇ ਤਾਂ ਇਨਸਾਨ ਜ਼ਰੂਰ ਲੈ ਲੈਂਦਾ ਹੈ। ਮੇਰੀ ਮਾਂ ਨੇ ਉਸ ਗੱਲ ਤੇ ਕਿਹਾ, ਹਾਂ, ਖੁਦ ਨੂੰ ਵੇਚ ਕੇ ਤਾਂ ਲੋਕ ਸੱਚਮੁੱਚ ਬਹੁਤ ਕੁਝ ਲੈ ਲੈਂਦੇ ਹਨ। ਭੂਆ ਦੇ ਚਿਹਰੇ ਦੀ ਮੁਸਕਰਾਹਟ ਉੱਡ ਗਈ ਸੀ, ਕਿਉਂਕਿ ਮਾਂ ਨੇ ਜ਼ਿਆਦਾ ਹੀ ਤਾਨੇ ਮਾਰਨ ਵਾਲੀ ਗੱਲ ਕੀਤੀ ਸੀ। ਮੈਨੂੰ ਸਮਝ ਨਾ ਆਈ ਕਿ ਮਾਂ ਨੇ ਮੇਰੀ ਭੂਆ ਨੂੰ ਇੰਨਾ ਵੱਡਾ ਤਾਨਾ ਕਿਉਂ ਦਿੱਤਾ ਸੀ। ਇਸ ਗੱਲ ਤੇ ਭੂਆ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਕਿਹਾ ਕਿ ਪਾਰੋ, ਹੁਣ ਮੈਂ ਚੱਲਦੀ ਹਾਂ, ਤੂੰ ਇਹ ਸੂਟ ਲੈ ਲੈ। ਕੁਝ ਦਿਨ ਬਾਅਦ ਮੈਂ ਆਪਣੀ ਬੇਟੀ ਦੇ ਸਹੁਰੇ ਵਾਲਿਆਂ ਦੀ ਦਾਵਤ ਰੱਖਾਂਗੀ। ਉਸ ਦਿਨ ਤੁਹਾਨੂੰ ਵੀ ਦਾਵਤ ਤੇ ਬੁਲਾਵਾਂਗੀ। ਤੂੰ ਵੀ ਆ ਜਾਵੀਂ ਤੇ ਸੂਟ ਪਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਆਵੀਂ। ਮੇਰੀ ਮਾਂ ਨੇ ਕਿਹਾ ਕਿ ਇਹ ਕਿਉਂ ਚੰਗੀ ਤਰ੍ਹਾਂ ਤਿਆਰ ਹੋ ਕੇ ਆਵੇਗੀ? ਤੂੰ ਆਪਣੀ ਧੀ ਨੂੰ ਚੰਗੀ ਤਰ੍ਹਾਂ ਤਿਆਰ ਕਰੀ। ਮੇਰੀ ਮਾਂ ਨੂੰ ਮੇਰੀ ਭੂਆ ਦੀ ਹਰ ਗੱਲ ਨਾਲ ਪ੍ਰੋਬਲਮ ਸੀ। ਮੇਰੀ ਭੂਆ ਦੀਆਂ ਅੱਖਾਂ 'ਚ ਆਖਰਕਾਰ ਹੰਝੂ ਆ ਗਏ ਤੇ ਮੈਂ ਵੀ ਹੈਰਾਨ ਰਹਿ ਗਈ। ਉਹ ਆਪਣੇ ਹੰਝੂ ਲੁਕਾਉਂਦੀ ਹੋਈ ਉੱਥੋਂ ਚਲੀ ਗਈ।
ਜਦੋਂ ਕੋਈ ਰੋਂਦਾ ਹੈ ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਂਦਾ ਹੈ। ਕੁਝ ਲੋਕ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰ ਦੇਣ ਤਾਂ ਵੱਖਰੀ ਗੱਲ ਹੈ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਇਸ ਘਰੋਂ ਰੋ ਕੇ ਹੀ ਨਿਕਲੀ ਸੀ। ਤੇ ਗੱਲ ਇਹ ਸੀ ਕਿ ਜਿੰਨੀ ਨਫ਼ਰਤ ਮੇਰੀ ਮਾਂ ਨੂੰ ਮੇਰੀ ਭੂਆ ਨਾਲ ਸੀ, ਉਹ ਤਾਂ ਅਕਸਰ ਭਾਬੀ ਤੇ ਨਨਾਣ 'ਚ ਇਸ ਤਰ੍ਹਾਂ ਦੇ ਲੜਾਈ ਝਗੜੇ ਤੇ ਨਫ਼ਰਤ ਹੁੰਦੀ ਰਹਿੰਦੀ ਹੈ। ਪਰ ਮੈਂ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਮੇਰੇ ਪਿਤਾ ਜੀ ਨੂੰ ਵੀ ਮੇਰੀ ਭੂਆ ਨਾਲ ਬਹੁਤ ਨਫ਼ਰਤ ਸੀ, ਜਦੋਂ ਕਿ ਉਹ ਉਹਨਾਂ ਦੀ ਛੋਟੀ ਭੈਣ ਸੀ। ਰਾਤ ਨੂੰ ਫਿਰ ਮਾਂ ਤੇ ਪਿਤਾ ਆਪਸ 'ਚ ਕੋਈ ਗੱਲ ਕਰ ਰਹੇ ਸਨ ਤਾਂ ਥੋੜੀ ਦੇਰ ਬਾਅਦ ਪਾਪਾ ਨੇ ਭੂਆ ਨੂੰ ਫੋਨ ਕੀਤਾ। ਮੇਰੇ ਪਿਤਾ ਉਹਨਾਂ ਨੂੰ ਆਖ ਰਹੇ ਸਨ ਕਿ ਦੇਖੋ ਸੁਨੀਤਾ, ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ। ਮੇਰੀ ਬੇਟੀ ਨਾਲ ਇਹ ਸਭ ਕੁਝ ਨਾ ਕਰ। ਉਹ ਬਹੁਤ ਭੋਲੀ ਹੈ। ਉਹ ਤੇਰੀ ਅਸਲੀਅਤ ਨਹੀਂ ਜਾਣਦੀ। ਉਹ ਤਾਂ ਮੇਰੇ ਨਾਲ ਪਿਆਰ ਕਰਦੀ ਹੈ। ਕੱਲ ਨੂੰ ਉਸ ਦਾ ਦਿਲ ਟੁੱਟ ਗਿਆ ਤਾਂ ਕੀ ਸੋਚੇਗੀ? ਪਾਪਾ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ? ਮੇਰੀ ਭੂਆ ਆਖਰ ਮੇਰੇ ਨਾਲ ਕੀ ਕਰ ਰਹੀ ਸੀ? ਮੇਰੇ ਪਿਤਾ ਨੇ ਕਿਹਾ ਕਿ ਤੂੰ ਮੇਰੀ ਧੀ ਦੇ ਐਨੇ ਨੇੜੇ ਨਾ, ਉਸ ਤੋਂ ਦੂਰ ਹੈ। ਅਜੇ ਉਸ ਨੂੰ ਸਾਰੀ ਕਹਾਣੀ ਦਾ ਪਤਾ ਨਹੀਂ ਹੈ, ਪਰ ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੈ। ਉਹ ਸਾਨੂੰ ਤੰਗ ਕਰਦੀ ਹੈ। ਮੈਨੂੰ ਉਸ ਦਾ ਤੇਰੇ ਘਰ ਆਉਣਾ ਜਾਣਾ, ਤੇਰੇ ਨਾਲ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਹੈ। ਅੱਜ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਹਾ ਹਾਂ, ਨਹੀਂ ਤਾਂ ਉਸ ਤੋਂ ਬਾਅਦ ਮੈਨੂੰ ਕੋਈ ਹੋਰ ਤਰੀਕਾ ਅਪਣਾਉਣਾ ਪਵੇਗਾ। ਮੈਨੂੰ ਬਿਲਕੁਲ ਵੀ ਸਮਝ ਨਹੀਂ ਆਇਆ ਕਿ ਇਹ ਕੀ ਹੋ ਰਿਹਾ ਹੈ। ਮੈਨੂੰ ਸ਼ਾਇਦ ਕਿਸੇ ਹੋਰ ਤੋਂ ਪੁੱਛਣਾ ਚਾਹੀਦਾ ਸੀ। ਮੇਰੀ ਇੱਕ ਮਾਸੀ ਸੀ ਜੋ ਭੂਆ ਨਾਲ ਹੀ ਕਾਲਜ 'ਚ ਪੜ੍ਹਦੀ ਸੀ। ਮਾਸੀ ਤੇ ਭੂਆ ਦੀ ਆਪਸ 'ਚ ਬਹੁਤ ਦੋਸਤੀ ਸੀ, ਪਰ ਮੇਰੀ ਮਾਸੀ ਵੀ ਹੁਣ ਮੇਰੀ ਭੂਆ ਨਾਲ ਜ਼ਿਆਦਾ ਮੇਲਜੋਲ ਨਹੀਂ ਰੱਖਦੀ ਸੀ। ਪਰ ਉਹਨਾਂ ਦੀ ਪਹਿਲਾਂ ਆਪਸ 'ਚ ਬਹੁਤ ਦੋਸਤੀ ਸੀ। ਹੁਣ ਮੇਰੀ ਮਾਸੀ ਹੀ ਮੈਨੂੰ ਇਹ ਦੱਸ ਸਕਦੀ ਸੀ ਕਿ ਮੇਰੀ ਭੂਆ ਨੂੰ ਸਾਰੇ ਖਾਨਦਾਨ 'ਚ ਇੰਨਾ ਬੁਰਾ ਕਿਉਂ ਸਮਝਿਆ ਜਾਂਦਾ ਹੈ। ਇੱਕ ਦਿਨ ਮੈਂ ਉਹਨਾਂ ਦੇ ਘਰ ਗਈ ਤੇ ਉਹਨਾਂ ਤੋਂ ਸਾਰੀ ਗੱਲ ਪੁੱਛਣ ਲੱਗੀ। ਉਹਨਾਂ ਨੇ ਭੂਆ ਬਾਰੇ ਅਜਿਹੀ ਗੱਲ ਦੱਸੀ ਕਿ ਮੇਰੇ ਜਿਸਮ 'ਚੋਂ ਜਾਨ ਹੀ ਨਿਕਲ ਗਈ ਤੇ ਬਿਨਾਂ ਕੁਝ ਕਹੇ ਉੱਥੋਂ ਵਾਪਸ ਆ ਗਈ। ਕੁਝ ਦਿਨ ਇਸੇ ਤਰ੍ਹਾਂ ਬੀਤ ਗਏ ਤੇ ਫਿਰ ਮੇਰੇ ਦਿਮਾਗ 'ਚ ਖਿਆਲ ਆਇਆ। ਮੈਂ ਅਗਲੇ ਹੀ ਦਿਨ ਭੂਆ ਦੇ ਘਰ ਚਲੀ ਗਈ, ਜਦੋਂ ਕਿ ਮੇਰੇ ਪਿਤਾ ਨੇ ਮੈਨੂੰ ਮਨਾ ਕੀਤਾ ਹੋਇਆ ਸੀ। ਜਿਸ ਦਿਨ ਤੋਂ ਮੇਰੇ ਪਿਤਾ ਨੇ ਉਹਨਾਂ ਨੂੰ ਫੋਨ ਤੇ ਮਨਾ ਕੀਤਾ ਸੀ, ਉਹ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੀ ਸੀ। ਮੇਰੇ ਨਾਲ ਉਹਨਾਂ ਨੇ ਕੋਈ ਵੀ ਗੱਲ ਕਰਨੀ ਬੰਦ ਕਰ ਦਿੱਤੀ ਸੀ। ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਸ਼ਾਮ ਦਾ ਸਮਾਂ ਸੀ। ਮੇਰੇ ਪਿਤਾ ਮੈਨੂੰ ਸ਼ਾਮ ਨੂੰ ਜਾਣ ਤੋਂ ਮਨਾ ਕਰਦੇ ਸਨ। ਜਦੋਂ ਮੈਂ ਗਈ ਤਾਂ ਮੇਰੀ ਭੂਆ ਨੇ ਕਿਹਾ ਕਿ ਤੇਰੇ ਪਿਤਾ ਨੇ ਤੈਨੂੰ ਇੱਥੇ ਆਉਣ ਤੋਂ ਮਨਾ ਕੀਤਾ ਸੀ, ਫਿਰ ਕਿਉਂ ਆਈ ਹੈ? ਮੈਂ ਕਿਹਾ ਕਿ ਮੈਨੂੰ ਪਤਾ ਹੈ, ਇਸ ਲਈ ਤਾਂ ਮੈਂ ਤੁਹਾਨੂੰ ਮਿਲਣ ਆਈ ਹਾਂ। ਉਹਨਾਂ ਕਿਹਾ ਕਿ ਬੇਟਾ, ਮਾਤਾ ਪਿਤਾ ਨਾਲ ਜ਼ਿੱਦ ਨਹੀਂ ਕਰਦੇ। ਮੈਂ ਕਿਹਾ ਕਿ ਨਹੀਂ, ਹੁਣ ਤਾਂ ਮੈਂ ਇੱਥੋਂ ਨਹੀਂ ਜਾਵਾਂਗੀ। ਮੈਂ ਉੱਥੇ ਬੈਠ ਗਈ ਤਾਂ ਭੂਆ ਦੀ ਕੁੜੀ ਵੀ ਬਹੁਤ ਹੈਰਾਨ ਹੋਈ। ਅੱਜ ਐਤਵਾਰ ਦਾ ਦਿਨ ਸੀ। ਮੇਰੀ ਭੂਆ ਨੇ ਬਹੁਤ ਚੰਗੀ ਖੀਰ ਬਣਾਈ ਸੀ। ਉਹਨਾਂ ਨੇ ਖਾਣ ਨੂੰ ਖੀਰ ਦਿੱਤੀ ਤਾਂ ਮੈਂ ਕਿਹਾ ਕਿ ਖਾ ਤਾਂ ਲਵਾਂਗੀ, ਪਰ ਜਾਵਾਂਗੀ ਨਹੀਂ। ਉਹਨਾਂ ਕਿਹਾ ਕਿ ਚੰਗਾ ਬਾਬਾ, ਤੇਰੇ ਨਾਲ ਕੌਣ ਜਿੱਦੇ। ਜਦੋਂ ਮੈਂ ਖੀਰ ਖਾਧੀ ਤਾਂ ਪਤਾ ਨਹੀਂ ਕਿਉਂ ਮੈਨੂੰ ਅਜੀਬ ਜਿਹੀ ਨੀਂਦ ਆਉਣ ਲੱਗੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਨੂੰ ਚੱਕਰ ਆ ਰਹੇ ਹਨ ਤੇ ਮੈਂ ਬੇਹੋਸ਼ ਹੋ ਜਾਵਾਂਗੀ। ਅਗਲੇ ਹੀ ਪਲ ਉੱਥੇ ਕੁਝ ਅਜਿਹਾ ਹੋਇਆ ਕਿ ਮੇਰੇ ਹੋਸ਼ ਉੱਡ ਗਏ। ਉਸ ਤੋਂ ਬਾਅਦ ਕੀ ਹੋਇਆ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ, ਪਰ ਰਾਤ ਹੋਈ ਤਾਂ ਘਰੇ ਸ਼ੋਰ ਸ਼ਰਾਬਾ ਹੋ ਰਿਹਾ ਸੀ। ਮੇਰੇ ਪਿਤਾ ਜੀ, ਮੇਰੇ ਚਾਚੇ ਤੇ ਕੁਝ ਹੋਰ ਲੋਕ ਉੱਥੇ ਸਨ। ਉਹਨਾਂ ਨੇ ਰੌਲਾ ਪਾ ਰੱਖਿਆ ਸੀ। ਕੋਈ ਮੇਰੀ ਭੂਆ ਦੀ ਗੱਲ ਤੇ ਯਕੀਨ ਨਹੀਂ ਕਰ ਰਿਹਾ ਸੀ। ਫਿਲਹਾਲ ਪੁਲਿਸ ਵੀ ਉੱਥੇ ਆ ਗਈ ਸੀ, ਜਿਸ ਨੂੰ ਮੇਰੇ ਪਿਤਾ ਬਿਆਨ ਦੇ ਰਹੇ ਸਨ। ਮੈਨੂੰ ਸਮਝ ਨਹੀਂ ਆ ਰਹੀ ਸੀ ਕੀ ਹੋਇਆ ਹੈ। ਮੈਂ ਕਾਫੀ ਪਰੇਸ਼ਾਨ ਸੀ। ਸਾਰੇ ਲੋਕ ਮੇਰੀ ਭੂਆ ਤੇ ਦੋਸ਼ ਲਾ ਰਹੇ ਸਨ। ਜਦੋਂ ਮੈਂ ਆਪਣੇ ਪਿਤਾ ਦੀ ਜ਼ੁਬਾਨ ਤੋਂ ਇਹ ਸ਼ਬਦ ਸੁਣੇ ਕਿ ਤੂੰ ਮੇਰੀ ਬੇਟੀ ਨੂੰ ਜਾਣਬੁੱਝ ਕੇ ਬੇਹੋਸ਼ ਕੀਤਾ ਹੈ ਕਿਉਂਕਿ ਤੂੰ ਮੇਰੀ ਬੇਟੀ ਨੂੰ ਕਿਸੇ ਦੇ ਹੱਥ ਵੇਚਣਾ ਚਾਹੁੰਦੀ ਸੀ, ਮੈਂ ਹੈਰਾਨ ਰਹਿ ਗਈ। ਮੈਂ ਪਿਤਾ ਜੀ ਨੂੰ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਮੈਂ ਤਾਂ ਆਰਾਮ ਨਾਲ ਸੋ ਰਹੀ ਸੀ, ਕੁਝ ਵੀ ਨਹੀਂ ਹੋਇਆ। ਅਸਲ ਗੱਲ ਤਾਂ ਇਹ ਸੀ ਕਿ ਜਦੋਂ ਅਸੀਂ ਉੱਥੇ ਬੈਠੇ ਸੀ ਤਾਂ ਅਚਾਨਕ ਘਰੇ ਚੋਰ ਆ ਗਏ ਸਨ ਤੇ ਉਹ ਘਰੋਂ ਸੋਨਾ ਤੇ ਕੀਮਤੀ ਚੀਜ਼ਾਂ ਚੋਰੀ ਕਰਨਾ ਚਾਹੁੰਦੇ ਸਨ। ਭੂਆ ਨੇ ਮੈਨੂੰ ਤੇ ਆਪਣੀ ਬੇਟੀ ਨੂੰ ਬਚਾਉਣ ਲਈ ਕਮਰੇ 'ਚ ਬੰਦ ਕਰ ਦਿੱਤਾ। ਉਹਨਾਂ ਲੋਕਾਂ ਨੂੰ ਸਾਰਾ ਸੋਨਾ ਤੇ ਕੀਮਤੀ ਚੀਜ਼ਾਂ ਦੇ ਦਿੱਤੀਆਂ ਤੇ ਉਹਨਾਂ ਨੂੰ ਘਰੋਂ ਭੇਜ ਦਿੱਤਾ। ਇਸ ਲਈ ਪੁਲਿਸ ਵੀ ਆਈ ਸੀ ਤੇ ਉਹ ਲੋਕ ਵੀ ਫੜੇ ਗਏ। ਤਾਂ ਉਵੇਂ ਹੀ ਇਹ ਕਹਾਣੀ ਸੁਣਾ ਰਹੇ ਸਨ ਤੇ ਭੂਆ ਵੀ ਇਹ ਸਭ ਆਖ ਰਹੀ ਸੀ, ਪਰ ਫਿਰ ਵੀ ਕੋਈ ਉਹਨਾਂ ਦੀ ਗੱਲ ਦਾ ਵਿਸ਼ਵਾਸ ਨਹੀਂ ਕਰ ਰਿਹਾ ਸੀ, ਕਿਉਂਕਿ ਮੇਰੀ ਭੂਆ ਦੀ ਕਹਾਣੀ ਹੀ ਕੁਝ ਹੋਰ ਸੀ। ਜਦੋਂ ਉਹ ਬਹੁਤ ਜ਼ਿਆਦਾ ਘੱਟ ਉਮਰ ਲਗਭਗ 16 ਸਾਲ ਦੀ ਸੀ ਤਾਂ ਮੇਰੇ ਦਾਦੇ ਨੇ ਉਹਨਾਂ ਦਾ ਵਿਆਹ ਕਰਵਾ ਦਿੱਤਾ। ਪਰ ਜਿਸ ਆਦਮੀ ਨਾਲ ਉਹਨਾਂ ਦਾ ਵਿਆਹ ਹੋਇਆ ਉਹ ਬਿਲਕੁਲ ਵੀ ਚੰਗਾ ਇਨਸਾਨ ਨਹੀਂ ਸੀ। ਉਸ ਦਾ ਮਿਲਣਾ ਜੁਲਣਾ ਅਜਿਹੇ ਲੋਕਾਂ ਨਾਲ ਸੀ ਜੋ ਬੁਰੇ ਕੰਮ ਕਰਦੇ ਸਨ। ਵਿਆਹ ਤੋਂ ਬਾਅਦ ਮੇਰੀ ਭੂਆ ਚੁੱਪਚਾਪ ਰਹਿੰਦੀ ਤੇ ਕਿਸੇ ਨਾਲ ਜ਼ਿਆਦਾ ਗੱਲ ਨਹੀਂ ਸੀ ਕਰਦੀ। ਇਸ ਤਰ੍ਹਾਂ ਲੱਗਦਾ ਸੀ ਕਿ ਕੋਈ ਅਜਿਹੀ ਗੱਲ ਹੈ ਜੋ ਉਹ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੀ। ਬਹੁਤ ਜ਼ਿਆਦਾ ਬਿਮਾਰ ਵੀ ਰਹਿੰਦੀ ਸੀ ਤੇ 2 ਵਾਰ ਤਾਂ ਉਹਨਾਂ ਬੱਚਾ ਵੀ ਡਿੱਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਹ ਮਾਂ ਨਹੀਂ ਬਣਨਾ ਚਾਹੁੰਦੀ, ਇਸ ਲਈ ਉਸਨੇ ਇਹ ਸਭ ਕੁਝ ਕੀਤਾ ਹੈ। ਪਰ ਭੂਆ ਵਾਰ-ਵਾਰ ਸਾਰਿਆਂ ਨੂੰ ਇਹੀ ਕਹਿੰਦੀ ਕਿ ਮੈਂ ਆਪਣੀ ਔਲਾਦ ਨੂੰ ਆਪਣੀ ਖੁਸ਼ੀ ਨਾਲ ਖਰਾਬ ਨਹੀਂ ਕਰਵਾਉਂਦੀ, ਸਗੋਂ ਮੇਰੇ ਨਾਲ ਕੋਈ ਹੋਰ ਸਮੱਸਿਆ ਹੈ। ਉਹ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ। ਜਦੋਂ ਭੂਆ ਦਾ ਪਤੀ ਇੱਕ ਸੜਕ ਹਾਦਸੇ 'ਚ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤਾਂ ਭੂਆ ਨੇ ਸਾਰਿਆਂ ਨੂੰ ਸੱਚਾਈ ਦੱਸੀ ਕਿ ਉਸਦਾ ਪਤੀ ਉਸ ਤੋਂ ਗਲਤ ਕੰਮ ਕਰਵਾਉਂਦਾ ਸੀ। ਉਹਨਾਂ ਦੇ ਘਰ ਕਈ ਤਰ੍ਹਾਂ ਦੇ ਲੋਕ ਆਉਂਦੇ ਸਨ, ਪਰ ਗੱਲ ਇਹ ਸੀ ਕਿ ਉਸ ਤੋਂ ਇਹ ਕੰਮ ਉਸਦਾ ਆਪਣਾ ਪਤੀ ਹੀ ਕਰਵਾਉਂਦਾ ਸੀ। ਉਹ ਇੱਕ ਬਹੁਤ ਵੱਡਾ ਬਿਜ਼ਨਸਮੈਨ ਸੀ ਤੇ ਬਿਜ਼ਨਸ ਪਾਰਟਨਰ ਨੂੰ ਖੁਸ਼ ਕਰਨ ਲਈ ਇਸ ਤਰ੍ਹਾਂ ਦੇ ਕੰਮ ਕਰਵਾਉਂਦਾ ਸੀ ਤੇ ਭੂਆ ਨੂੰ ਇਸਤੇਮਾਲ ਕਰਦਾ ਸੀ, ਕਿਉਂਕਿ ਉਹ ਬਹੁਤ ਹੀ ਘੱਟ ਉਮਰ ਦੀ ਸੀ। ਉਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ, ਪਰ ਖਾਨਦਾਨ 'ਚ ਜਦੋਂ ਇੱਕ ਵਾਰ ਗੱਲ ਨਿਕਲ ਜਾਂਦੀ ਹੈ ਤਾਂ ਫਿਰ ਉਹ ਅੱਗ ਵਾਂਗ ਫੈਲ ਜਾਂਦੀ ਹੈ। ਸਾਰਿਆਂ ਦਾ ਇਹੀ ਕਹਿਣਾ ਸੀ ਕਿ ਭੂਆ ਦਾ ਪਤੀ ਮਰ ਗਿਆ ਤੇ ਭੂਆ ਹੁਣ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ ਆਪਣੇ ਮਰੇ ਹੋਏ ਪਤੀ ਤੇ ਦੋਸ਼ ਲਾ ਰਹੀ ਹੈ, ਜਦੋਂ ਕਿ ਇਹ ਸਭ ਕੁਝ ਆਪਣੀ ਮਰਜ਼ੀ ਨਾਲ ਕਰਦੀ ਰਹੀ। ਪਰ ਮੇਰੀ ਮਾਸੀ ਨੇ ਵੀ ਮੈਨੂੰ ਦੱਸਿਆ ਸੀ ਕਿ ਉਹ ਬੇਕਸੂਰ ਹੈ, ਪਰ ਮੇਰੇ ਪਿਤਾ ਦੇ ਨਾਲ-ਨਾਲ ਮੇਰੇ ਪੂਰੇ ਖਾਨਦਾਨ ਵਾਲੇ ਭੂਆ ਨੂੰ ਚੰਗਾ ਨਹੀਂ ਸਮਝਦੇ ਸਨ ਤੇ ਜੋ ਪ੍ਰੈਗਨੈਂਸੀ ਮੇਰੀ ਭੂਆ ਨੇ ਖਰਾਬ ਕਰਵਾਈ ਸੀ ਉਹ ਉਹਨਾਂ ਦੇ ਪਤੀ ਦੀ ਔਲਾਦ ਨਹੀਂ ਸੀ। ਇਸ ਲਈ ਉਹਨਾਂ ਨੂੰ ਮਜਬੂਰੀ 'ਚ ਇਹ ਸਭ ਕੁਝ ਕਰਨਾ ਪਿਆ ਸੀ। ਉਹਨਾਂ ਦੀ ਧੀ ਪੂਨਮ ਉਹਨਾਂ ਦੇ ਆਪਣੇ ਪਤੀ ਦੀ ਔਲਾਦ ਸੀ। ਮੇਰੀ ਭੂਆ ਨੇ ਤਾਂ ਇੰਨਾ ਵੱਡਾ ਜ਼ੁਲਮ ਬਰਦਾਸ਼ਤ ਕੀਤਾ ਸੀ। ਅਜਿਹੇ ਇਨਸਾਨ ਨਾਲ ਉਹਨਾਂ ਦਾ ਵਿਆਹ ਹੋ ਗਿਆ ਜਿਸ ਨੇ ਖੁਦ ਹੀ ਉਹਨਾਂ ਦੀ ਇੱਜ਼ਤ ਨੂੰ ਨਿਲਾਮ ਕਰਨਾ ਸ਼ੁਰੂ ਕਰ ਦਿੱਤਾ। ਤਾਂ ਅਜਿਹੀ ਹਾਲਤ 'ਚ ਉਹ ਕੀ ਕਰਦੀ? ਜਦੋਂ ਉਹਨਾਂ ਦਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਉਹਨਾਂ ਆਪਣੀ ਪੜ੍ਹਾਈ ਪੂਰੀ ਕੀਤੀ ਤੇ ਟੀਚਰ ਬਣੀ। ਉਹਨਾਂ ਕਈ ਜਗ੍ਹਾ ਤੇ ਤੀਰਥ ਯਾਤਰਾ ਕੀਤੀ ਸੀ। ਉਹ ਭਗਵਾਨ ਤੋਂ ਆਪਣੇ ਪਾਪਾਂ ਦੀ ਮੁਆਫੀ ਮੰਗ ਚੁੱਕੀ ਸੀ ਤੇ ਇਸ ਲਈ ਪੂਰਾ ਦਿਨ ਪੂਜਾ ਪਾਠ 'ਚ ਲੱਗੀ ਰਹਿੰਦੀ ਸੀ। ਉਹਨਾਂ ਬਹੁਤ ਸਾਰੇ ਲੋਕਾਂ ਨੂੰ ਵੀ ਤੀਰਥ ਯਾਤਰਾ ਤੇ ਭੇਜਿਆ ਸੀ। ਭਗਵਾਨ ਤਾਂ ਉਹਨਾਂ ਨੂੰ ਮਾਫ ਕਰ ਦਿੰਦਾ, ਪਰ ਇਨਸਾਨ ਨਹੀਂ ਮਾਫ ਕਰਦਾ। ਇਹੀ ਕਾਰਨ ਸੀ ਕਿ ਸਾਰੇ ਲੋਕ ਉਹਨਾਂ ਨੂੰ ਬੁਰਾ ਸਮਝਦੇ ਸਨ ਤੇ ਕਹਿੰਦੇ ਸਨ ਕਿ ਹੁਣ ਵੀ ਇਹ ਇਸ ਤਰ੍ਹਾਂ ਦਾ ਕੰਮ ਕਰਦੀ ਹੈ ਤੇ ਉਹਨਾਂ ਦੇ ਘਰ ਇਸੇ ਤਰ੍ਹਾਂ ਦੇ ਲੋਕ ਆਉਂਦੇ ਹਨ। ਤਦ ਹੀ ਤਾਂ ਮੇਰੀ ਮਾਂ ਨੇ ਮੈਨੂੰ ਉਹਨਾਂ ਦੇ ਦਿੱਤੇ ਹੋਏ ਪੈਸੇ ਨਹੀਂ ਰੱਖਣ ਦਿੱਤੇ। ਮੈਨੂੰ ਉਸ ਘਰ 'ਚ ਜਾਣ ਨਹੀਂ ਦਿੰਦੀ ਸੀ, ਮੈਨੂੰ ਉੱਥੇ ਰਹਿਣ ਵੀ ਨਹੀਂ ਦਿੰਦੀ ਸੀ। ਸਾਰੇ ਖਾਨਦਾਨ ਵਾਲੇ ਉਹਨਾਂ ਨੂੰ ਹੀ ਬੁਰਾ ਸਮਝਦੇ ਸਨ, ਪਰ ਜੇਕਰ ਉਹ ਇੰਨੀ ਹੀ ਬੁਰੀ ਹੁੰਦੀ ਤਾਂ ਉਹਨਾਂ ਨੂੰ 3 ਤੋਂ 4 ਵਾਰ ਆਪਣਾ ਘਰ ਦੇਖਣ ਲਈ ਨਾ ਬੁਲਾਉਂਦੇ। ਉਹਨਾਂ ਦੇ ਘਰ ਸਭ ਕੁਝ ਸੀ ਤੇ ਅੱਜ ਵੀ ਜਦੋਂ ਉਹ ਚੋਰ ਉਹਨਾਂ ਦਾ ਪੈਸਾ ਲੁੱਟ ਕੇ ਲੈ ਗਏ ਤਾਂ ਉਹ
ਜਲਦ ਫੜੇ ਵੀ ਗਏ ਤੇ ਉਹਨਾਂ ਦੀ ਸਾਰੀ ਮਿਹਨਤ ਦੀ ਕਮਾਈ ਵਾਪਸ ਆ ਗਈ ਸੀ। ਪਰ ਇਹ ਗੱਲ ਅਜੇ ਸਾਰਾ ਖਾਨਦਾਨ ਸਮਝਣ ਨੂੰ ਤਿਆਰ ਨਹੀਂ ਸੀ। ਉਹ ਇਹ ਸਮਝ ਰਹੇ ਸਨ ਕਿ ਭੂਆ ਨੇ ਜਾਣ-ਬੂਝ ਕੇ ਮੈਨੂੰ ਆਪਣੇ ਘਰ ਬੁਲਾਇਆ ਤੇ ਜੋ ਲੋਕ ਘਰ ਆਏ ਸਨ ਉਹ ਚੋਰ ਨਹੀਂ ਸਨ, ਸਗੋਂ ਖਰੀਦਦਾਰ ਸਨ। ਭੂਆ ਰੋ ਰਹੀ ਸੀ। ਉਹਨਾਂ ਨੇ ਤਾਂ ਮੇਰੀ ਤੇ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਆਪਣਾ ਜਮ੍ਹਾਂ ਪੂੰਜੀ ਕੱਢ ਕੇ ਰੱਖ ਦਿੱਤੀ ਸੀ ਤੇ ਜੋ ਮੈਂ ਖੀਰ ਖਾ ਕੇ ਬੇਹੋਸ਼ ਹੋ ਗਈ ਸੀ। ਬਾਅਦ 'ਚ ਡਾਕਟਰ ਨੇ ਦੱਸਿਆ ਕਿ ਮੇਰਾ ਬਲੱਡ ਪ੍ਰੈਸ਼ਰ ਅਚਾਨਕ ਲੋ ਹੋ ਗਿਆ ਸੀ ਕਿਉਂਕਿ ਮੈਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਸੀ। ਇਹ ਬਿਮਾਰੀ ਮੈਨੂੰ ਪਹਿਲਾਂ ਤੋਂ ਹੀ ਸੀ ਤੇ ਸਾਰੇ ਖਾਨਦਾਨ ਨੂੰ ਪਤਾ ਸੀ, ਪਰ ਕੋਈ ਵੀ ਇਸ ਗੱਲ ਨੂੰ ਅਜੇ ਵੀ ਸਮਝਣ ਲਈ ਤਿਆਰ ਨਹੀਂ ਸੀ। ਪੁਲਿਸ ਨੇ ਵੀ ਸਾਰਾ ਕੁਝ ਸਾਫ਼ ਕਰ ਦਿੱਤਾ ਸੀ ਤੇ ਕਿਹਾ ਕਿ ਚੋਰ ਸਨ। ਇਹਨਾਂ ਨੇ ਮੁਹੱਲੇ 'ਚ 2-3 ਹੋਰ ਘਰਾਂ 'ਚ ਵੀ ਚੋਰੀ ਕੀਤੀ ਹੈ। ਪੁਲਿਸ ਦੀ ਗਵਾਹੀ ਤੋਂ ਬਾਅਦ ਲਗਭਗ ਸਾਰੇ ਖਾਨਦਾਨ ਵਾਲਿਆਂ ਦੇ ਮੂੰਹ ਬੰਦ ਹੋ ਗਏ ਸਨ। ਮੇਰੇ ਮਾਤਾ-ਪਿਤਾ ਵੀ ਮੈਨੂੰ ਲੈ ਕੇ ਆਪਣੇ ਘਰ ਆ ਗਏ ਸਨ ਤੇ ਮੈਨੂੰ ਕਿਹਾ ਕਿ ਹੁਣ ਤੋਂ ਦੁਬਾਰਾ ਉੱਥੇ ਕਦੇ ਨਹੀਂ ਜਾਵੇਂਗੀ। ਮੈਂ ਆਉਂਦੇ ਸਮੇਂ ਰੋਂਦੀ ਹੋਈ ਭੂਆ ਨੂੰ ਦੇਖਿਆ ਸੀ ਤੇ ਸੋਚਾਂ 'ਚ ਪੈ ਗਈ ਕਿ ਇੱਕ ਔਰਤ ਦਾ ਪਾਪ ਕਦੇ ਮੁਆਫ ਨਹੀਂ ਕੀਤਾ ਜਾਂਦਾ, ਕਿ ਇੱਕ ਔਰਤ ਜੇਕਰ ਪਾਪ ਕਰ ਦੇਵੇ ਤਾਂ ਉਸ ਲਈ ਸਾਰਾ ਮੁਹੱਲਾ ਜ਼ਿੰਦਗੀ ਭਰ ਮਾਫ ਨਹੀਂ ਕਰਦਾ। ਤੇ ਇੱਥੇ ਤਾਂ ਭੂਆ ਨੇ ਪਾਪ ਵੀ ਨਹੀਂ ਕੀਤਾ ਸੀ, ਉਹਨਾਂ ਨੇ ਤਾਂ ਸਿਰਫ ਅਤਿਆਚਾਰ ਬਰਦਾਸ਼ਤ ਕੀਤਾ ਸੀ, ਪਰ ਇਹੀ ਉਹਨਾਂ ਲਈ ਪਾਪ ਬਣ ਗਿਆ। ਖਾਨਦਾਨ ਵਾਲੇ ਚਾਹੇ ਜੋ ਵੀ ਕਹਿਣ, ਮੈਨੂੰ ਪਰਵਾਹ ਨਹੀਂ, ਕਿਉਂਕਿ ਮੇਰੀ ਭੂਆ ਇੱਕ ਬਹੁਤ ਹੀ ਚੰਗੀ ਇਨਸਾਨ ਹੈ। ਤਾਂ ਹੀ ਤਾਂ ਉਹਨਾਂ ਨਾਲ ਹੁਣ ਕਦੇ ਬੁਰਾ ਨਹੀਂ ਹੁੰਦਾ। ਉਹਨਾਂ ਦੀ ਬੇਟੀ ਦਾ ਵਿਆਹ ਵੀ ਬਹੁਤ ਚੰਗੇ ਖਾਨਦਾਨ 'ਚ ਹੋਇਆ। ਐਨੇ ਚੰਗੇ ਖਾਨਦਾਨ 'ਚ ਤਾਂ ਸਾਡੇ ਪੂਰੇ ਖਾਨਦਾਨ 'ਚੋਂ ਕਿਸੇ ਵੀ ਲੜਕੀ ਦਾ ਵਿਆਹ ਨਹੀਂ ਹੋਇਆ ਸੀ। ਕਦੇ-ਕਦੇ ਇਨਸਾਨ ਬੁਰਾ ਨਹੀਂ ਹੁੰਦਾ, ਸਗੋਂ ਉਸਦੇ ਹਾਲਾਤ ਬੁਰੇ ਹੁੰਦੇ ਹਨ। ਕੁਝ ਦਿਨ ਇਸੇ ਤਰ੍ਹਾਂ ਬੀਤ ਗਏ। ਇੱਕ ਦਿਨ ਮੇਰੇ ਪਿਤਾ ਜੀ ਅਚਾਨਕ ਬਹੁਤ ਬਿਮਾਰ ਹੋ ਗਏ। ਪਿਤਾ ਜੀ ਦੀ ਸਾਰੀ ਜਮ੍ਹਾਂ ਪੂੰਜੀ ਉਹਨਾਂ ਤੇ ਲੱਗ ਗਈ, ਪਰ ਉਹਨਾਂ ਨੂੰ ਆਰਾਮ ਨਾ ਆਇਆ। ਖਾਨਦਾਨ ਵਾਲਿਆਂ ਨੇ ਸਾਨੂੰ ਇਕੱਲਾ ਛੱਡ ਦਿੱਤਾ। ਭੂਆ ਨੇ ਪਿਤਾ ਜੀ ਦਾ ਇੱਕ ਵੱਡੇ ਤੇ ਮਹਿੰਗੇ ਹਸਪਤਾਲ 'ਚੋਂ ਇਲਾਜ ਕਰਵਾਇਆ। 1 ਮਹੀਨੇ ਦੇ ਇਲਾਜ ਤੋਂ ਬਾਅਦ ਬਿਲਕੁਲ ਠੀਕ ਹੋ ਗਏ ਸਨ। ਹੁਣ ਦਿਲ ਹੀ ਦਿਲ ਸ਼ਰਮਿੰਦਾ ਹੁੰਦੇ ਸਨ ਕਿ ਉਹਨਾਂ ਆਪਣੀ ਭੈਣ ਨੂੰ ਕੀ ਕੁਝ ਨਹੀਂ ਕਿਹਾ ਸੀ, ਪਰ ਭੂਆ ਨੇ ਅੱਜ ਤੱਕ ਉਹਨਾਂ ਨੂੰ ਇਸ ਗੱਲ ਦਾ ਵੀ ਤਾਨਾ ਨਹੀਂ ਦਿੱਤਾ। ਉਹ ਕਹਿੰਦੀ ਕਿ ਕੋਈ ਗੱਲ ਨਹੀਂ, ਕੋਈ ਕਿਸੇ ਦੇ ਬਾਰੇ ਕੀ ਸੋਚਦਾ ਹੈ, ਇਸ ਨਾਲ ਕੀ ਫਰਕ ਪੈਂਦਾ ਹੈ। ਹੁਣ ਸਾਡੇ ਘਰ ਭੂਆ ਦਾ ਆਉਣਾ ਜਾਣਾ ਹੁੰਦਾ ਹੈ ਤੇ ਭੂਆ ਨੂੰ ਹਰ ਤਿਉਹਾਰ ਤੇ ਵੀ ਬੁਲਾਇਆ ਜਾਂਦਾ ਹੈ ਤੇ ਮੈਂ ਵੀ ਭੂਆ ਦੇ ਘਰ ਆਉਂਦੀ ਜਾਂਦੀ ਰਹਿੰਦੀ ਹਾਂ। ਮਾਂ ਤੇ ਪਿਤਾ ਜੀ ਵੀ ਉਹਨਾਂ ਦੇ ਘਰ ਆਉਂਦੇ ਜਾਂਦੇ ਹਨ, ਪਰ ਬਾਕੀ ਖਾਨਦਾਨ ਵਾਲੇ ਅਜੇ ਵੀ ਉਹੀ ਗੱਲਾਂ ਕਰਦੇ ਹਨ। ਮੈਂ ਉਹਨਾਂ ਲਈ ਹਮੇਸ਼ਾ ਦੁਆ ਕਰਦੀ ਹਾਂ ਕਿ ਉਹਨਾਂ ਦੀ ਜ਼ਿੰਦਗੀ 'ਚ ਕੁਝ ਬੁਰਾ ਨਾ ਹੋਵੇ ਤੇ ਸਾਰਿਆਂ ਦਾ ਦਿਲ ਵੀ ਮੇਰੀ ਭੂਆ ਵਾਂਗ ਸਾਫ਼ ਹੋ ਜਾਵੇ। ਦੋਸਤੋ, ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।